ਹੋਸੇ ਹੀ ਰਾਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ, ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ। ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ। ਕਦੇ ਕਦੇ ਜ਼ਿਆਦਤੀਆਂ ਚੰਗੇ ਕੰਮ ਵੀ ਕਰ ਜਾਂਦੀਆਂ ਨੇ। ਜੇ ਇਹਨਾਂ ਨੇ ਅੰਦੋਲਨਾਂ ਦੇ ਨਾਂ ਪਾਏ ਹੁੰਦੇ ਤਾਂ ਇਹਨੇ ਗੀਤ ਥੋੜ੍ਹੀ ਲਿਖਣਾ ਸੀ। ਐਂ ਇਕੱਠੇ ਹੋ ਕੇ ਹਰਿਆਣਾ, ਪੰਜਾਬ, ਯੂਪੀ ਜਾਂ ਸਾਰੇ ਸਟੂਡੈਂਟ ਵਿੰਗ ਬੈਠੇ ਨੇ, ਪਾਰਟੀਆਂ ਬੈਠਾ ਨੇ, ਰਲ ਕੇ ਥੋੜ੍ਹੀ ਗਾਉਣਾ ਸੀਗਾ ਕਿ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ। ਇੱਕ ਨੇਚਰ ਦਾ ਅਸੂਲ ਹੈ ਕਿ ਜਿੰਨਾ ਦੱਬਿਆ ਜਾਂਦਾ ਹੈ ਉਨਾ ਜ਼ਿਆਦਾ ਚੀਜ਼ ਉਛਲਦੀ ਹੈ। ਇਹਨਾਂ ਨੇ ਦੱਬਿਆ ਗੱਲਾਂ ਕਿਸਾਨਾਂ ਨੂੰ ਸੀ, ਪਰ ਕਿਸਾਨੀ ਇੱਕ ਅਜਿਹੀ ਚੀਜ਼ ਹੈ ਜਿਹੜੀ ਇਸ ਦੇਸ਼ ਦੇ ਲੋਕਾਂ ਨੂੰ ਇਕੱਠਾ ਕਰ ਗਈ। ਇੱਕ ਮੈਨੂੰ ਕਮਾਲ ਦੀ ਗੱਲ ਸਮਝ ਨਹੀਂ ਆਉਂਦੀ, ਜਾਂ ਕਹਿ ਲਓ ਹੈ, ਕਿ ਡੈਮੋਕ੍ਰੇਸੀ ਨਾਲ ਚੁਣੇ ਹੋਏ ਲੋਕ ਖੁਦ ਡੈਮੋਕ੍ਰੇਸੀ ਤੋਂ ਡਰ ਕਿਉਂ ਰਹੇ ਨੇ। ਇਹਨਾਂ ਦੇ ਬਹੁਤ ਸਾਰੇ ਬੰਦੇ ਅਦਾਲਤ 'ਚ ਜਾਂਦੇ ਨੇ। ਅਦਾਲਤ 'ਚ ਜਦੋਂ ਗਏ ਤਾਂ ਅਦਾਲਤ ਨੇ ਕਿਹਾ ਇਲੈਕਸ਼ਨ ਕਰਾਓ, ਔਰ ਸੈਨੇਟ ਇਹ ਫੈਸਲਾ ਕਰੂਗੀ ਕਿ ਇਹ ਚੇਂਜ ਹੋ ਸਕਦੀ ਹੈ ਜਾਂ ਨਹੀਂ। ਇੱਕ ਵਾਹਿਦ ਯੂਨੀਵਰਸਿਟੀ ਆ ਆਪਣੇ ਦੇਸ਼ 'ਚ ਜੋ ਇਲੈਕਟਡ ਹੈ। ਇਹ ਕੀ ਕਰਨਾ ਚਾਹੁੰਦੇ ਨੇ ਕਿ ਨਾ ਇਲੈਕਟਡ ਨਾ ਰਵੇ, ਨੋਮੀਨੇਟਡ ਹੋ ਜਾਏ। ਵੀਸੀ ਨੇ ਇੱਕ ਝੰਡਾ ਲਾਇਆ ਹੋਇਆ ਆਪਦੀ ਕੋਠੀ ਤੇ। ਕਿਉਂ ਬਈ? ਯੂਨੀਵਰਸਿਟੀ ਕੀ ਅਸੀਂ ਕਹਿਤੀ ਹੈ ਕਿ ਇਹ ਇੱਕ ਰੰਗ ਵਾਲੀ ਹੈ? ਤੁਸੀਂ ਇੱਥੇ ਇੱਕ ਪ੍ਰਾਈਵੇਟ ਇੰਡੀਵਿਜੂਅਲ ਨਹੀਂ, ਕਿ ਪ੍ਰਾਈਵੇਟ ਇੰਡੀਵਿਜੂਅਲ ਜਿਹੜਾ ਮਰਜ਼ੀ ਝੰਡਾ ਲਾ ਲੇ ਆਪਦੇ ਘਰ ਤੇ। ਇਹ ਘਰ ਯੂਨੀਵਰਸਿਟੀ ਨੂੰ ਬਿਲੋਂਗ ਕਰਦਾ ਔਰ ਇਸ ਯੂਨੀਵਰਸਿਟੀ ਦੇ ਹੈੱਡ ਦਾ ਹੈ, ਸੋ ਉਹਦੇ ਬਾਰੇ ਸੋਚਣਾ ਚਾਹੀਦਾ ਹੈ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਵੀ ਸੜਕਾਂ ਤੇ ਕਿਸਾਨ ਬੈਠੇ ਨੇ। ਸਿੰਘੂ ਬਾਰਡਰ ਤੇ ਵੀ, ਹਾਈਵੇ ਤੇ ਕਿਸਾਨ ਬੈਠੇ ਆ, ਟਿੱਕਰੀ ਵੀ ਬੈਠੇ ਨੇ। ਕੁਝ ਦਿਨ ਪਹਿਲਾਂ ਜਲੰਧਰ ਹਾਈਵੇ ਤੇ ਵੀ ਬੈਠੇ ਸੀ ਕਿਸਾਨ। ਸੜਕਾਂ ਤੇ ਬੈਠਣਾ ਹੁੰਦਾ ਕੀ ਹੈ, ਕਿਉਂਕਿ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਬੈਠੇ ਨੇ ਸਟੂਡੈਂਟ, ਔਰ ਉਹਨਾਂ ਨੂੰ ਵੱਡੀ ਸਪੋਰਟ ਮਿਲਦੀ ਹੋਈ ਨਜ਼ਰ ਆ ਰਹੀ ਹੈ। ਹਰਫ ਚੀਮੇ ਹੁਣਾਂ ਦਾ ਇੱਕ ਗੀਤ ਹੈ, ਉਹਨਾਂ ਨੇ ਕਿਹਾ ਕਿ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ। ਇਹ ਗੀਤ ਵੱਖ-ਵੱਖ ਥਾਵਾਂ ਤੇ ਵੱਜਦਾ ਹੋਇਆ ਵੀ ਨਜ਼ਰ ਆਉਂਦਾ ਹੈ। ਔਰ ਗੱਲਬਾਤ ਸਭ ਤੋਂ ਪਹਿਲਾਂ ਹਰਫ ਚੀਮੇ ਹੁਣਾਂ ਦੇ ਨਾਲ ਹੀ ਕਰਾਂਗੇ। ਬਾਈ ਜੀ, ਤੁਹਾਡਾ ਇੱਕ ਗੀਤ ਹੈ ਕਿ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸ਼ੁਰੂਆਤ ਉਸੇ ਤੋਂ ਕਰਦੇ ਹਾਂ, ਫਿਰ ਅੱਗੇ ਦੀ ਗੱਲਬਾਤ ਸ਼ੁਰੂ ਕਰਾਂਗੇ। ਹਾਂਜੀ ਹਾਂਜੀ, ਮੈਂ ਸੁਣਾ ਦਿੰਦਾ ਜੀ ਉਹ ਗੀਤ ਨਾ, ਕਿਉਂਕਿ ਜਦੋਂ ਵੀ ਅਸੀਂ ਪ੍ਰੇਰਨਾ ਲੈਣੀ ਹੁੰਦੀ ਹੈ, ਮੈਨੂੰ ਲੱਗਦਾ ਸਾਨੂੰ ਇਤਿਹਾਸ ਦੇ ਪੰਨਿਆਂ 'ਚ ਵਾਪਸ ਜਾਣਾ ਪੈਂਦਾ ਨਾ। ਤੇ ਹੋਸੇ ਹੀ ਰਾਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ, ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ, ਬਰਸੇ ਕੋਈ ਨੂਰ ਇਲਾਹੀ। ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ। ਮਹਿਲਾਂ ਨੂੰ ਦਿੱਤੀ ਟੱਕਰ ਬਾਬਾ ਤੂੰ ਗੜੀਆਂ ਚੋਂ, ਯੋਧੇ ਬਣ ਨਿਤਰਾਂਗੇ ਹੁਣ ਮੁਸ਼ਕਿਲ ਦੀਆਂ ਘੜੀਆਂ ਚੋਂ, ਯੋਧੇ ਬਣ ਨਿਤਰਾਂਗੇ ਹੁਣ ਮੁਸ਼ਕਿਲ ਦੀਆਂ ਘੜੀਆਂ ਚੋਂ। ਅੱਖਾਂ ਵਿੱਚ ਸੁਰਮੇ ਦੀ ਥਾਂ ਰੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ। ਬਾਕਮਾਲ ਗੀਤ ਹੈ ਹਰਫ ਹੁਣਾਂ ਦਾ, ਨਾਲ ਜਸ ਬਾਜਵਾ ਸਪੋਰਟ ਕਰ ਰਹੇ ਸੀ। ਸਿੱਧਾ ਹੁਣ ਲੈ ਕੇ ਚੱਲੂੰਗਾ, ਡਾਇਰੈਕਟਰ ਸਾਹਿਬ ਵੀ ਸਾਡੇ ਨਾਲ ਨੇ, ਅਮਿਤੋਜ ਮਾਨ ਹੁਣੀ। ਮਾਨ ਸਾਹਿਬ, ਵਾਕਈ ਕਿਲੇ ਬਣਦੀਆਂ ਨਜ਼ਰ ਆ ਰਹੀਆਂ ਨੇ ਸੜਕਾਂ। ਦਿੱਲੀ ਦੇ ਬਾਰਡਰਾਂ ਤੇ ਵੀ ਦੇਖਿਆ ਅਸੀਂ, ਔਰ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਭਾਵੇਂ ਦੇਖਣਾ ਹੋਵੇ ਤਾਂ ਹਰਫ ਦਾ ਗੀਤ ਠੀਕ ਢੁੱਕਦਾ ਨਜ਼ਰ ਆ ਰਿਹਾ। ਕਦੇ ਕਦੇ ਜ਼ਿਆਦਤੀਆਂ ਚੰਗੇ ਕੰਮ ਵੀ ਕਰ ਜਾਂਦੀਆਂ ਨੇ। ਜੇ ਇਹਨਾਂ ਨੇ ਅੰਦੋਲਨਾਂ ਦੇ ਨਾਂ ਪਾਏ ਹੁੰਦੇ ਤਾਂ ਇਹਨੇ ਗੀਤ ਥੋੜ੍ਹੀ ਲਿਖਣਾ ਸੀ। ਐਂ ਇਕੱਠੇ ਹੋ ਕੇ ਹਰਿਆਣਾ, ਪੰਜਾਬ, ਯੂਪੀ ਜਾਂ ਸਾਰੇ ਸਟੂਡੈਂਟ ਵਿੰਗ ਬੈਠੇ ਨੇ, ਪਾਰਟੀਆਂ ਬੈਠਾ ਨੇ, ਰਲ ਕੇ ਥੋੜ੍ਹੀ ਗਾਉਣਾ ਸੀਗਾ ਕਿ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ। ਤਾਂ ਧੱਕਾ ਜਿਹੜਾ ਹੁੰਦਾ ਹੈ ਨਾ, ਇਹ ਕਦੇ ਕਦੇ ਲੋਕਾਂ ਨੂੰ ਇਕੱਠੇ ਕਰ ਦਿੰਦਾ ਹੈ, ਔਰ ਅਸੀਂ ਇੱਕ ਨਹੀਂ, ਫਿਰ ਉਹਦੇ ਨਾਲ ਬੜਾ ਕੁਝ ਜਿੱਤਿਆ ਜਾਂਦਾ ਹੈ। ਇੱਕ ਨੇਚਰ ਦਾ ਅਸੂਲ ਹੈ ਕਿ ਜਿੰਨਾ ਦੱਬਿਆ ਜਾਂਦਾ ਹੈ ਉਨਾ ਜ਼ਿਆਦਾ ਚੀਜ਼ ਉਛਲਦੀ ਹੈ।
ਇਹਨਾਂ ਨੇ ਦੱਬਿਆ ਗੱਲਾਂ ਕਿਸਾਨਾਂ ਨੂੰ ਸੀ, ਪਰ ਕਿਸਾਨੀ ਇੱਕ ਅਜਿਹੀ ਚੀਜ਼ ਹੈ ਜਿਹੜੀ ਇਸ ਦੇਸ਼ ਦੇ ਲੋਕਾਂ ਨੂੰ ਇਕੱਠਾ ਕਰ ਗਈ, ਕਿਉਂਕਿ ਇੱਥੇ 60% ਲੋਕ ਸਿੱਧੇ ਕਿਸਾਨੀ ਨਾਲ ਜੁੜੇ ਨੇ। ਇਹ ਸਟੂਡੈਂਟ ਜਿਹੜੇ ਬੈਠੇ ਨੇ ਇਹ ਵੀ ਕਿਸਾਨੀ ਨਾਲ ਜੁੜੇ ਨੇ। ਵੈਸੇ ਤਾਂ ਖੈਰ ਕਿਸਾਨੀ ਦਾ ਸਾਰੇ ਹੀ ਖਾਂਦੇ ਨੇ, ਉਹ ਵੱਖਰੀ ਗੱਲ ਹੈ ਕਿ ਹਲਾਲ ਕੌਣ ਕਰ ਰਿਹਾ ਤੇ ਹਰਾਮ ਕੌਣ ਕਰ ਰਿਹਾ, ਸਾਰੇ ਕਿਸਾਨੀ ਨਾਲ ਜੁੜੇ ਨੇ। ਸੋ ਅੱਜ ਉਹ ਖਾਦੇ ਦਾ ਹੱਕ ਅਦਾ ਕਰਨ ਦਾ ਟਾਈਮ ਹੈ, ਔਰ ਇਹ ਉਸ ਤੋਂ ਅੱਗੇ ਵੱਧ ਕੇ ਆਏ ਨੇ ਸਾਰੇ। ਹਰਿਆਣੇ ਵਾਲੇ, ਪੰਜਾਬ ਵਾਲੀਆਂ ਯੂਨੀਅਨਾਂ ਆਈਆਂ, ਅਸੀਂ ਭਾਨੇ ਰਿਹਾ ਸੀ ਹਰ ਫਰੀ, ਅਸੀਂ ਤਾਂ ਅੰਦੋਲਨ ਜੀਵੀ ਨਹੀਂ ਪੰਜਾਬ ਜੀਵੀ ਬਣ ਹੀ ਗਏ ਆ। ਇਹ ਹਰਿਆਣਾ ਜੀਵੀ ਵੀ ਆ ਗਏ ਨੇ ਅੱਜ ਸਾਡੇ ਨਾਲ। ਸੋ ਇਹ ਰਲ ਕੇ ਇਹਨਾਂ ਦੇ ਨਾਲ ਖੜੇ ਹੋਏ ਆ ਜੋ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਮੁਹਿੰਮ ਹੈ, ਕਿਉਂਕਿ ਇਹ ਯੂਨੀਵਰਸਿਟੀ ਵਾਲੇ ਸਾਡੇ ਨਾਲ ਖੜਦੇ ਰਹੇ ਨੇ ਉਹਨਾਂ ਬਾਰਡਰਾਂ 'ਤੇ ਜਾ ਕੇ। ਇੱਕ ਮੈਨੂੰ ਕਮਾਲ ਦੀ ਗੱਲ ਸਮਝ ਨਹੀਂ ਆਉਂਦੀ, ਜਾਂ ਕਹਿ ਲਓ ਹੈ, ਕਿ ਡੈਮੋਕ੍ਰੇਸੀ ਨਾਲ ਚੁਣੇ ਹੋਏ ਲੋਕ ਖੁਦ ਡੈਮੋਕ੍ਰੇਸੀ ਤੋਂ ਡਰ ਕਿਉਂ ਰਹੇ ਨੇ। ਉਹ ਇੱਥੇ ਡੈਮੋਕ੍ਰੈਟਿਕ ਵੇ ਨਾਲ ਚੁਣਿਆ ਜਾਂਦਾ ਸੀ ਸਾਰਾ ਕੁਝ, ਸੈਨੇਟ ਚੁਣਿਆ ਜਾਂਦਾ ਡੈਮੋਕ੍ਰੇਸੀ ਨਾਲ, ਔਰ ਸੈਨੇਟ ਇਸ ਯੂਨੀਵਰਸਿਟੀ ਨੂੰ ਚਲਾਉਂਦਾ ਹੈ। ਇਹਦੀ ਮੈਨੇਜਮੈਂਟ, ਇਹਦਾ ਸਿਲੇਬਸ ਕੀ ਹੋਊਗਾ, ਇੱਥੇ ਨਵੀਆਂ ਨਿਯੁਕਤੀਆਂ ਕੀ ਹੋਣਗੀਆਂ, ਇਹ ਯੂਨੀਵਰਸਿਟੀ ਹੋਰ ਅੱਗੇ ਕਿਵੇਂ ਵਧੇ, ਇਹ ਸੈਨੇਟ ਦਾ ਕੰਮ ਹੈ। ਇੱਕ ਵਾਹਿਦ ਯੂਨੀਵਰਸਿਟੀ ਆ ਆਪਣੇ ਦੇਸ਼ 'ਚ ਜੋ ਇਲੈਕਟਡ ਹੈ। ਇਹ ਕੀ ਕਰਨਾ ਚਾਹੁੰਦੇ ਨੇ ਕਿ ਨਾ ਇਲੈਕਟਡ ਨਾ ਰਵੇ, ਨੋਮੀਨੇਟਡ ਹੋ ਜਾਏ। ਇੱਕ ਨਵੀਂ ਕਮੇਟੀ ਬਣਾਈ ਸਾਡੇ ਨਵੇਂ ਵੀਸੀ ਸਾਹਿਬ ਨੇ ਜੋ ਬਨਾਰਸ ਤੋਂ ਆਏ, ਔਰ ਪਹਿਲਾ ਵੀਸੀ ਹੈ ਜੋ ਪੰਜਾਬ ਯੂਨੀਵਰਸਿਟੀ 'ਚ ਪੜ੍ਹਿਆ ਨਹੀਂਗਾ, ਪਰ ਉਹਨੂੰ ਬਣਾਇਆ ਗਿਆ, ਕਿਉਂਕਿ ਜੇ ਪੜ੍ਹਿਆ ਹੁੰਦਾ ਤਾਂ ਉਸ ਬੰਦੇ ਨੂੰ ਥੋੜ੍ਹਾ ਬਹੁਤ ਰੱਤੀ ਭਰਤਾ ਕੁਛ ਹੁੰਦਾ। ਅੱਜ ਤੁਸੀਂ ਸੁਣਿਆ ਹੋਣਾ ਜਾਂ ਅਕ੍ਰੋਸ ਦੀ ਪਾਰਟੀ ਲੋਕ ਆਏ ਔਰ ਯੂਨੀਵਰਸਿਟੀ 'ਚ ਪੜ੍ਹੇ ਸੀ, ਉਹਨਾਂ ਨੇ ਪਾਰਟੀ ਲਾਈਨ ਛੱਡ ਕੇ ਯੂਨੀਵਰਸਿਟੀ ਔਰ ਇਹਨਾਂ ਸਟੂਡੈਂਟਾਂ ਦੀ ਗੱਲ ਕੀਤੀ। ਸੋ ਇਹਨਾਂ ਨੇ ਜਾਣਬੁੱਝ ਕੇ ਪਹਿਲਾਂ ਤਾਂ ਇੱਕ ਵੀਸੀ ਭਾਲਿਆ, ਫਿਰ ਉਹਨੇ ਇੱਕ ਕਮੇਟੀ ਬਣਾਈ। ਉਹਨੇ ਇੱਕ ਅਜਿਹੀਆਂ ਸਿਫਾਰਸ਼ਾਂ ਦਿੱਤੀਆਂ ਕਿ ਤੁਹਾਡੇ 188 ਕਾਲਜ ਛੋਟੇ ਵੱਡੇ ਸਾਰੇ ਮਿਲਾ ਕੇ, ਡਿਗਰੀਆਂ ਵਾਲੇ ਦੂਜੇ ਮਿਲਾ ਕੇ, ਉਹਨਾਂ ਨੂੰ ਪਹਿਲਾਂ ਤਾਂ ਇਸ 'ਚੋਂ ਕੱਢ ਦਿੱਤਾ ਜਾਵੇ। ਪਹਿਲਾ ਕੰਮ ਤਾਂ ਉਹਨਾਂ ਨੇ ਸਿਫਾਰਸ਼ਾਂ 'ਚ ਇਹ ਹੋਇਆ। ਬਟ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ, ਇੱਥੋਂ ਵਾਲਿਆਂ ਨੂੰ ਤਾਂ ਪਤਾ ਹੀ ਹੈ ਕਿ ਇਸ ਯੂਨੀਵਰਸਿਟੀ ਨੂੰ 47 ਪੰਜਾਬ ਯੂਨੀਵਰਸਿਟੀ ਐਕਟ ਦੇ ਤਹਿਤ ਸਾਡੇ ਸੰਵਿਧਾਨ 'ਚ ਅੰਕਿਤ ਹੈ। ਇਹਨੂੰ ਸਿਰਫ ਦੋ ਚੀਜ਼ਾਂ ਹੀ ਬਦਲ ਸਕਦੀਆਂ ਨੇ। ਇੱਕ, ਪਾਰਲੀਮੈਂਟ, ਜੇ ਪਾਰਲੀਮੈਂਟ ਦੇ ਦੋਨਾਂ ਸਦਨਾਂ 'ਚ ਬਿੱਲ ਲੈ ਕੇ ਆਉਣਗੇ ਇੱਕ ਯੂਨੀਵਰਸਿਟੀ ਨੂੰ ਹਥਿਆਉਣ ਲਈ ਤਾਂ ਰੌਲਾ ਪਊਗਾ ਦੁਨੀਆ 'ਚ। ਦੂਜਾ ਤਰੀਕਾ ਖੁਦ ਸੈਨੇਟ। ਸੈਨੇਟ ਦੇ ਵਿੱਚ 91 ਮੈਂਬਰ ਹੁੰਦੇ ਨੇ, 36 ਨੋਮੀਨੇਟਡ ਨੇ, ਬਾਕੀ ਜਿਹੜੇ ਮੈਂਬਰ ਨੇ ਉਹ ਜ਼ਿਆਦਾਤਰ ਇਲੈਕਟਡ ਨੇ। 6 ਨੇ ਜਿਹੜੇ ਵੈਸੇ, 2 ਮੁੱਖ ਮੰਤਰੀ, 2 ਸਾਡੇ MLA ਵਗੈਰਾ ਵਗੈਰਾ। ਹੁਣ ਇਹਨਾਂ ਨੂੰ ਕੀ ਲੱਗਿਆ ਕਿ ਨਹੀਂ ਇਹਦੇ ਤੇ ਕਾਬੂ ਕਰਨਾ ਤਾਂ ਸੈਨੇਟ 'ਚ ਸਾਡਾ ਬਹੁਮਤ ਹੋਵੇ, ਤਾਂ ਸਿਫਾਰਸ਼ਾਂ 'ਚ ਇਹ ਕੀਤਾ ਗਿਆ ਕਿ ਨੋਮੀਨੇਟਡ ਬੰਦਿਆਂ ਦੀ ਗਿਣਤੀ ਵੱਧ ਜੇ, ਇਲੈਕਟਡ ਬੰਦਿਆਂ ਦੀ ਘਟ ਜੇ। ਇਹਨਾਂ ਦੇ ਬਹੁਤ ਸਾਰੇ ਬੰਦੇ ਅਦਾਲਤ 'ਚ ਜਾਂਦੇ ਨੇ। ਅਦਾਲਤ 'ਚ ਜਦੋਂ ਗਏ ਤਾਂ ਅਦਾਲਤ ਨੇ ਕਿਹਾ ਇਲੈਕਸ਼ਨ ਕਰਾਓ, ਔਰ ਸੈਨੇਟ ਇਹ ਫੈਸਲਾ ਕਰੂਗੀ ਕਿ ਇਹ ਚੇਂਜ ਹੋ ਸਕਦੀ ਹੈ ਜਾਂ ਨਹੀਂ। ਇਹ ਸਾਡੇ ਸੰਵਿਧਾਨ 'ਚ ਵੀ ਸ਼ਾਮਲ ਹੈ। ਰੀਆਰਗਨਾਈਜੇਸ਼ਨ ਐਕਟ ਸੀ ਜਿਹੜਾ 66 'ਚ, ਉਹਦੇ 'ਚ ਵੀ ਇਹ ਮੈਂਸ਼ਨ ਹੈ। ਸੋ ਹੁਣ ਇਹਨਾਂ ਨੂੰ ਇਲੈਕਸ਼ਨ ਕਰਾਉਣੇ ਪੈ ਰਹੇ ਸੀਗੇ, ਹਾਈ ਕੋਰਟ ਨੇ ਕਹਿਤਾ ਸੀ। ਫਿਰ ਕਮਾਲ ਦਾ ਕੰਮ ਦੇਖੋ, ਇਹਨਾਂ ਨੇ ਇਲੈਕਸ਼ਨ ਡੇਟ ਜੋ ਕਿ 2 ਕੈਟਾਗਰੀ ਹੋ ਚੁੱਕੀਆਂ ਉਹ 'ਚ ਹਾਰ ਚੁੱਕੇ ਨੇ, ਬੁੱਧਵਾਰ ਦਾ ਦਿਨ ਲੈ ਲਿਆ। ਬੁੱਧਵਾਰ ਦਾ ਦਿਨ ਲੈ ਕੇ ਬਾਦਸ਼ਾਹ ਦੇ ਜੀ ਇਹ ਤਾਂ ਵਰਕਿੰਗ ਡੇ ਹੈ, ਤੇ ਲਿਆ ਕਿਹਨੇ ਸੀ? ਤੁਹਾਨੂੰ ਨਹੀਂ ਪਤਾ ਬੁੱਧਵਾਰ ਵਰਕਿੰਗ ਡੇ ਹੁੰਦਾ? ਮੈਨੂੰ ਤਾਂ ਲੱਗਦਾ ਸਦੀਆਂ ਤੋਂ ਪਤਾ ਬੁੱਧਵਾਰ ਵਰਕਿੰਗ ਡੇ ਹੁੰਦਾ, ਇਹਨਾਂ ਨੂੰ ਨਹੀਂ ਪਤਾ ਯੂਨੀਵਰਸਿਟੀ ਵਾਲਿਆਂ ਨੂੰ। ਕਰੋਨਾ ਹੈ ਤੇ ਕਰੋਨਾ 2 ਸਾਲ ਦਾ, ਇਹ ਨਹੀਂ ਪਤਾ ਸੀ ਤੁਹਾਨੂੰ? ਇਹ ਅਸਲ 'ਚ ਉਹ ਤਰੀਕੇ ਨੇ, ਟੈਕਟਿਸ ਹੈ, ਡਿਲੇਇੰਗ ਟੈਕਟਿਸ, ਕਿ ਲੰਬਾ ਕਰਦੇ ਜਾਓ ਔਰ ਹੌਲੀ ਹੌਲੀ ਇਹ ਭੁੱਲ ਜਾਣ, ਅੰਦੋਲਨ ਦਾ ਰਾਹ ਛੱਡ ਦੇਣਗੇ, ਰੌਲਾ ਪਾਉਣਾ ਛੱਡ ਦੇਣਗੇ, ਫਿਰ ਅਸੀਂ ਆਪਦੀ ਮਨਮਰਜ਼ੀ ਨਾਲ ਚਲਾ ਲਾਂਗੇ। ਆ ਭਾਨੇ ਨੇ ਹੁਣੇ ਇੱਕ ਬਹੁਤ ਸੋਹਣੀ ਗੱਲ ਕਹੀ ਸੀ, ਵੀਸੀ ਨੇ ਇੱਕ ਝੰਡਾ ਲਾਇਆ ਹੋਇਆ ਆਪਦੀ ਕੋਠੀ ਤੇ। ਕਿਉਂ ਬਾਈ? ਯੂਨੀਵਰਸਿਟੀ ਕੀ ਅਸੀਂ ਕਹਿਤੀ ਹੈ ਕਿ ਇਹ ਇੱਕ ਰੰਗ ਵਾਲੀ ਹੈ? ਯੂਨੀਵਰਸਿਟੀ ਤਾਂ ਬਹੁਤ ਰੰਗੀ ਹੈ ਯਾਰ, ਧਰਮ ਵੀ ਸਾਰੇ ਨੇ, ਜ਼ਾਤਾਂ ਵੀ ਸਾਰੀਆਂ ਨੇ, ਵਿਚਾਰ ਵੀ ਸਾਰੇ ਨੇ, ਤਾਂ ਫਿਰ ਇਹ ਇੱਕ ਰੰਗ ਕਿਉਂ? ਕਿਉਂਕਿ ਤੁਸੀਂ ਇੱਥੇ ਇੱਕ ਪ੍ਰਾਈਵੇਟ ਇੰਡੀਵਿਜੂਅਲ ਨਹੀਂ ਗੇ। ਪ੍ਰਾਈਵੇਟ ਇੰਡੀਵਿਜੂਅਲ ਜਿਹੜਾ ਮਰਜ਼ੀ ਝੰਡਾ ਲਾ ਲਿਆ ਆਪਦੇ ਘਰ ਤੇ, ਇਹ ਘਰ ਯੂਨੀਵਰਸਿਟੀ ਨੂੰ ਬਿਲੋਂਗ ਕਰਦਾ ਔਰ ਇਸ ਯੂਨੀਵਰਸਿਟੀ ਦੇ ਹੈੱਡ ਦਾ ਹੈ। ਸੋ ਉਹਦੇ ਬਾਰੇ ਸੋਚਣਾ ਚਾਹੀਦਾ ਹੈ, ਇਹ ਸੋਚਣਾ ਚਾਹੀਦਾ। ਇਹ ਤੁਸੀਂ ਇੱਕ ਰੰਗੀ ਚੀਜ਼ ਕਰ ਰਹੇ ਹੋ, ਇਸ ਬਹੁ ਰੰਗੀ ਯੂਨੀਵਰਸਿਟੀ ਨੂੰ, ਇਸ ਬਹੁ ਰੰਗੇ ਸਮਾਜ ਨੂੰ, ਇਸ ਬਹੁਤ ਸਾਰੀਆਂ ਤਰ੍ਹਾਂ ਦੇ ਸਟੇਟਾਂ ਦੇ ਫੈਡਰਲ ਸਟਰਕਚਰ ਨੂੰ। ਇਹ ਉਹ ਫੈਡਰਲ ਸਟਰਕਚਰ ਹੈ ਜਿਹਦੇ ਨਾਲ ਇਸ ਦੇਸ਼ ਨੇ ਉન્નਤੀ ਕਰਨੀ ਹੈ, ਕਿਉਂਕਿ ਮਹਾਰਾਸ਼ਟਰ ਕੁਛ ਹੋਰ ਹੈ, ਪੰਜਾਬ ਕੁਛ ਹੋਰ ਹੈ, ਕਸ਼ਮੀਰ ਕੁਛ ਹੋਰ ਹੈ, ਹਰਿਆਣਾ ਕੁਛ ਹੋਰ ਹੈ। ਸਾਡੇ ਲੋਕਾਂ ਦੀ ਤਬੀਅਤ, ਜ਼ਮੀਨ, ਹਕੀਕਤਾਂ ਅਲੱਗ ਨੇ। ਇੱਕ ਰੂਲ ਦੂਜੇ ਤੇ ਲਾਗੂ ਨਹੀਂ ਹੋ ਸਕਦਾ।
ਤੇਰੇ ਆ ਸੋਹਣੀ ਲੱਗ ਰਹੀ ਸ਼ਰਟ, ਮੇਰੇ ਪਾਉਗੀ ਤਾਂ ਪਾਟ ਜੂਗੀ, ਕਿਉਂਕਿ ਤੂੰ ਪਤਲਾ, ਮੈਂ ਤੇਰੇ ਨਾਲ ਮੋਟਾ ਥੋੜਾ ਜਿਹਾ, ਇੱਧਰ ਜਮਾਂ ਹੀ ਪਾਟ ਜੂਗੀ। ਸੋ ਮਸਲਾ ਇਹ ਹੈ, ਸਾਨੂੰ ਇੱਕ ਦੂਜੇ ਦੀ ਚੀਜ਼ ਦੂਜੇ ਤੇ ਨਹੀਂ ਓੜਨੀ ਚਾਹੀਦੀ। ਜਿਹੜਾ ਜਿੱਥੋਂ ਦਾ ਹੈਗਾ ਉਹਨੂੰ ਉੱਥੋਂ ਦਾ ਕੰਮ ਕਰਨ ਦਿਓ। ਇਸੇ ਲਈ ਅਸੀਂ ਅਗਰ ਅੱਜ ਵੀ ਬੈਠੇ ਤੁਹਾਡੇ ਚਾਹ ਯੂਨੀਵਰਸਿਟੀ ਵਾਲੇ ਮੁੰਡੇ ਬੈਠੇ ਨੇ, ਇਸ ਲਈ ਮੈਂ ਯੂਨੀਵਰਸਿਟੀ ਦੀ ਇੱਕ ਬੇਸਿਕ ਇੰਟਰੋਡਕਸ਼ਨ ਦਿੱਤੀ ਹੈ। ਇਹ ਸਾਰੇ ਤੁਹਾਨੂੰ ਯੂਨੀਵਰਸਿਟੀ ਦੇ ਬਾਰੇ ਦੱਸਣਗੇ। ਪਰ ਕਮਾਲ ਦੀ ਗੱਲ ਇਹ ਹੈ ਕਿ ਇੱਥੇ ਅਕ੍ਰੋਸ ਦੀ ਪਾਰਟੀ, ਅਕ੍ਰੋਸ ਦੀ ਯੂਨੀਅਨ, ਸਾਰੀਆਂ ਯੂਨੀਅਨਾਂ ਇਕੱਠੇ ਹੋ ਕੇ, ਇਹ ਤੁਸੀਂ ਸੰਯੁਕਤ ਮੋਰਚੇ ਵਾਲਿਆਂ ਨੇ ਇਹ ਪਿਰਤ ਪਾਤੀ ਹੈ ਕਿ ਇਕੱਠੇ ਹੋ ਜਾਓ ਔਰ ਫਿਰ ਲੜੋ। ਇਹ ਜਿਹੜੇ ਮਾਡਰਨ ਡਾਕੂ ਨੇ, ਜਿਹੜੇ ਡੈਮੋਕ੍ਰੇਸੀ ਨਹੀਂ ਭਾਏ ਨੇ, ਫਿਰ ਡੈਮੋਕ੍ਰੇਸੀ ਦਾ ਵਿਰੋਧ ਕਰਦੇ ਨੇ, ਇਹ ਮਾਡਰਨ ਡਾਕੂ ਤੁਹਾਨੂੰ ਕੱਲੇ ਕੱਲੇ ਕਰਕੇ ਲੁੱਟਣਾ ਚਾਹੁੰਦੇ ਹੈ। ਤੂੰ ਕਿਸਾਨ ਹੈ, ਤੂੰ ਸਟੂਡੈਂਟ ਹੈ, ਤੂੰ ਫਿਲਮ ਵਾਲਾ ਹੈ, ਤੂੰ ਵਪਾਰੀ ਹੈ, ਇਹ ਐਂ ਕਰਕੇ ਲੁੱਟਣ ਨੂੰ ਫਿਰਦੇ ਨੇ। ਜਿਵੇਂ ਅਸੀਂ ਪਿੰਡ ਬਣਾਏ ਸੀ ਉਵੇਂ ਹੁਣ ਪਿੰਡ ਬਣਾਓ, ਇਕੱਠੇ ਹੋ ਜਾਓ, ਇੱਕ ਦੇ ਘਰ ਡਾਕਾ ਪਵੇ ਸਾਰੇ ਆ ਜਾਓ। ਅਸੀਂ ਅੱਜ ਇਸੇ ਚੱਕਰ 'ਚ ਬੈਠੇ ਹਾਂ ਇਕੱਠੇ। ਤੁਸੀਂ ਕਿਹਦੇ ਨੂੰ ਹੀ ਲੁੱਟਣ ਜਾਓਗੇ, ਅਸੀਂ ਇਕੱਠੇ ਹੋਵਾਂਗੇ। ਉੱਥੇ ਕੋਈ ਹਰਿਆਣਾ ਨਹੀਂ, ਕੋਈ ਪੰਜਾਬ ਨਹੀਂ, ਅਸੀਂ ਇੱਕ ਹੋਵਾਂਗੇ। ਤੁਸੀਂ ਸਾਨੂੰ ਅੰਦੋਲਨ ਜੀਵੀ ਕਹਿ ਲਓ, ਅਸੀਂ ਪੰਜਾਬ ਜੀਵੀ ਹਾਂ, ਅਸੀਂ ਹਰਿਆਣਾ ਜੀਵੀ ਹਾਂ, ਅਸੀਂ ਇੰਡੀਆ ਜੀਵੀ ਹਾਂ। ਅਸੀਂ ਤੁਹਾਨੂੰ ਲੁੱਟਣ ਨਹੀਂ ਦੇਣਾਗਾ, ਜਿੱਧਰੋਂ ਮਰਜ਼ੀ ਆ ਜਾਓ। ਸਵਾਲ ਹੈ, ਵਿਦਿਆਰਥੀ ਇਹ ਗੱਲ ਕਹਿੰਦੇ ਆ ਕਿ ਸਾਡੀ ਯੂਨੀਵਰਸਿਟੀ ਦੇ ਉੱਪਰ ਸੈਂਟਰ ਕਬਜ਼ਾ ਕਰਨਾ ਚਾਹੁੰਦਾ, ਸਾਡੀ ਸਿੱਖਿਆ ਨੀਤੀ ਨੂੰ, ਸਾਡੇ ਸਾਰੇ ਸਿਸਟਮ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਨੇ। ਕੀ ਮਨਸ਼ਾ ਸਮਝੀ ਜਾਵੇ ਗਵਰਨਮੈਂਟ ਦੀ? ਇਹ ਤਾਂ ਹੈ ਹੀ ਹੈ, ਆਪਦੀ ਵਿਚਾਰਧਾਰਾ ਥੋਪਣਾ ਚਾਹੁੰਦੇ ਨੇ। ਕਿਉਂਕਿ ਵਿਚਾਰ, ਮੈਨੂੰ ਇੱਕ ਨਹੀਂ ਸਮਝ ਆਉਂਦੀ ਕਿ ਵਿਚਾਰਧਾਰਾ ਨਾ ਕਦੇ ਕਦੇ ਤੁਹਾਨੂੰ ਸਿਖਾਉਂਦੀ ਵੀ ਬਹੁਤ ਕੁਛ ਹੈ, ਪਰ ਤੁਹਾਨੂੰ ਮਿਨੀਮਾਈਜ਼ ਵੀ ਕਰਦੀ ਹੈ, ਤੁਹਾਨੂੰ ਲਿਮਟਿਡ ਵੀ ਕਰ ਦਿੰਦੀ ਹੈ। ਮੈਨੂੰ ਲੱਗਦਾ ਇਹਨਾਂ ਨੂੰ ਉਹ ਮਿਨੀਮਾਈਜ਼ ਲਿਮਟਿਡ ਕਰਤਾ ਇੱਕ ਵਿਚਾਰਧਾਰਾ ਨੇ। ਵਿਚਾਰਧਾਰਾ ਕਦੇ ਵੀ ਲੜਦੀ ਜਾਂ ਥੋਪਦੀ ਨਹੀਂ ਆ ਆਪਦੇ ਵਿਚਾਰ। ਹਰ ਵਿਚਾਰਧਾਰਾ 'ਚ ਇਹ ਗੱਲ ਸਭ ਤੋਂ ਪਹਿਲਾਂ ਆਉਂਦੀ ਹੈ, ਮੈਂ ਕੁਛ ਨਹੀਂ ਹੁੰਦਾ ਔਰ ਤੂੰ ਕੁਛ ਨਹੀਂ ਹੁੰਦਾ, ਮੈਂ ਔਰ ਤੂੰ ਮਿਲ ਕੇ ਬਹੁਤ ਕੁਛ ਹੁੰਦਾ ਹੈ। ਸੋ ਆਈ ਤੋਂ ਹੋਈ ਦਾ ਜ਼ਮਾਨਾ ਹੈ। ਦੁਨੀਆ ਆਪਣੇ ਆਪ ਨੂੰ ਡੈਮੋਕ੍ਰੈਟਿਕ ਵਿਖਾਉਣਾ ਚਾਹੁੰਦੀ ਹੈ। ਇੱਥੇ ਜੋ ਡੈਮੋਕ੍ਰੈਟਿਕ ਹੈ ਉਹਨੂੰ ਨੋਮੀਨੇਟਡ ਬਣਾਇਆ ਜਾ ਰਿਹਾ ਹੈ। ਨੋਮੀਨੇਟਡ ਦਾ ਮਤਲਬ ਆਹੀ ਹੁੰਦਾ ਹੈ, ਇੱਕ ਵਿਚਾਰਧਾਰਾ, ਇੱਕ ਰੰਗ, ਇੱਕ ਸੋਚ। ਇਹ ਅਸੀਂ ਹੋਣ ਨਹੀਂ ਦੇਣਾ, ਕਿਉਂਕਿ ਇਹ ਬੜੀਆਂ ਕੁਰਬਾਨੀਆਂ ਤੋਂ ਬਾਅਦ ਜ਼ੁਬਾਨਾਂ ਬਣੀਆਂ ਨੇ, ਬੜੀਆਂ ਕੁਰਬਾਨੀਆਂ ਤੋਂ ਬਾਅਦ ਇਹ ਲਿਬਾਸ, ਇਹ ਸੋਚ, ਇਹ ਵਿਚਾਰਧਾਰਾ ਡਿਵੈਲਪ ਹੋਈਆਂ ਨੇ। ਇਹਨਾਂ ਨੂੰ ਤੁਸੀਂ ਐਂ ਕਿਵੇਂ ਕਿੱਲ ਕਰ ਦਿਓਗੇ ਯਾਰ? ਅਸੀਂ ਵਾਰਿਸ ਹਾਂ ਉਹਦੇ। ਤੁਸੀਂ ਤਾਂ ਤੁਹਾਨੂੰ ਤਾਂ ਅਸੀਂ ਇਲੈਕਟ ਕਰਕੇ ਪਾਇਆ ਹੈ, ਅਸੀਂ ਤਾਂ ਧੱਕੇ ਨਾਲ ਬਣੇ ਹੋਏ ਹਾਂ ਔਰ ਬਣਾਂਗੇ। ਇਹ ਤੁਹਾਨੂੰ ਨਾ ਇਹ ਕਹਿੰਦੇ ਨੇ ਕਿ ਜੀ MLA ਨੂੰ ਅਧਿਕਾਰ ਹੈ ਬੋਲਣ ਦਾ। ਕਿਉਂ? ਤੁਹਾਨੂੰ ਕਿਉਂ ਅਧਿਕਾਰ ਹੈ? ਤੁਸੀਂ ਤਾਂ ਬੋਲਦੇ ਨਹੀਂ ਸਾਡੇ ਲਈ। ਜੇ ਤੁਸੀਂ ਬੋਲਦੇ ਹੋ ਤਾਂ ਸਾਨੂੰ ਬੋਲਣ ਦੀ ਲੋੜ ਹੀ ਨਾ ਪਵੇ। ਆ ਯੂਨੀਵਰਸਿਟੀ ਅਸੀਂ ਆਣੇ ਸੈਂਟਰ ਗਲਬਾ ਪਾਉਣਾ ਚਾਹ ਰਿਹਾ। ਮੈਂ ਸਟੇਟ ਵਾਲਿਆਂ ਤੋਂ ਪੁੱਛਣਾ ਚਾਹੁੰਦਾ ਹੈ ਕਿ ਇਹਨਾਂ ਨੇ ਆਪਦੇ ਹੱਕ ਅਦਾ ਕੀਤੇ ਸੀ? ਸਰੈਂਡਰ ਨਹੀਂ ਕੀਤੇ? ਲਿਖ ਕੇ ਸਾਰੇ ਸਾਡੇ ਜਿੰਨੇ ਜੋ ਅਧਿਕਾਰ ਸੀਗੇ। ਫੈਡਰਲ ਸਟਰਕਚਰ ਅੱਜ ਇੱਕ ਸੈਂਟਰਲਾਈਜ਼ ਕਿਵੇਂ ਹੋ ਰਿਹਾ? ਖੇਤੀਬਾੜੀ ਦੇ ਵੀ 2 ਕਾਨੂੰਨ ਕਿਵੇਂ ਬਣ ਗਏ ਜਿਹੜੇ ਕਿ ਵੈਸੇ ਗ੍ਰੇ ਏਰੀਏ 'ਚ ਸੀ? ਇੱਕ ਸਿੱਧਾ ਹੀ ਸਟੇਟ ਦਾ ਅਧਿਕਾਰ ਸੀਗਾ, ਖੇਤੀਬਾੜੀ ਇਜ਼ ਅ ਸਟੇਟ ਰਾਈਟ। ਹਾਊ ਕੈਨ ਇਟਸ ਪੋਸੀਬਲ ਕਿ ਸੈਂਟਰ ਉਹਦੇ ਤੇ ਬਣਾਵੇ? ਔਰ ਜਿਹੜਾ ਸਰਕਾਰਾਂ ਨੂੰ ਲੜਨਾ ਚਾਹੀਦਾ ਅਸੀਂ ਲੜ ਰਹੇ ਹਾਂ। ਇਹ ਤਾਂ ਸਰਕਾਰਾਂ ਦੀ ਲੜਾਈ ਸੀਗੀ ਨਾ। ਤੇ ਤੁਸੀਂ ਸਾਡੇ ਅਧਿਕਾਰ ਖੋ ਕੇ ਸੈਂਟਰ ਕਿਵੇਂ ਬਣਾ ਸਕਦਾ ਹੈ? ਸਰਕਾਰ ਨਹੀਂ ਬੋਲੀ, ਸਰਕਾਰ ਤਾਂ ਨਾਲ ਬੈਠੀ ਹੈ ਉਹਨਾਂ ਦੇ, ਸਾਨੂੰ ਬੋਲਣਾ ਪੈ ਗਿਆ। ਸੋ ਇਹਨਾਂ ਸਰਕਾਰਾਂ ਦੇ ਵਾਲਾ ਭਰੋਸਾ ਨਾ ਕਰੋ, ਮੈਂ ਤਾਂ ਇਹ ਕਹਿ ਰਿਹਾ। ਔਰ ਵੈਸੇ ਵੀ ਹਰ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ। ਅਸੀਂ ਉਹ ਤਰੀਕੇ ਛੱਡ ਦਈਏ ਕੋਈ ਉੱਤੋਂ ਆਊਗਾ, ਕਿਸੇ ਨੇ ਨਹੀਂ ਆਉਣਾ। ਦੂਜੇ ਦੇ ਘਰ ਭਗਤ ਸਿੰਘ ਹਰੀ ਸਿੰਘ ਨਾਲੂਆ ਨਹੀਂ, ਸਾਡੇ ਆਪ ਦੇ ਹੀ ਪੈਦਾ ਹੋਊਗਾ। ਅਸੀਂ ਆਪ ਹੀ ਸਰਾਭਾ ਬਣਾਂਗੇ, ਅਸੀਂ ਆਪ ਹੀ ਚੰਦਰ ਸ਼ੇਖਰ ਆਜ਼ਾਦ ਬਣਾਂਗੇ, ਅਸੀਂ ਆ ਕੇ ਲੜਾਂਗੇ ਸਾਹਮਣੇ। ਸਾਨੂੰ ਬੋਲਣਾ ਪੈਣਾ ਹੈ, ਆਪਦੇ ਹੱਕਾਂ ਦੀ ਜੇ ਰਾਖੀ ਕਰਨੀ ਹੈ। ਬੋਲੋ, ਇਕੱਠੇ ਹੋ ਕੇ ਬੋਲੋ। ਇਹ ਤੁਹਾਨੂੰ ਤੋੜਨਗੇ। ਜ਼ਾਤ ਅਲੱਗ ਹੈ, ਧਰਮ ਅਲੱਗ ਹੈ, ਹੋ ਯਾਰ ਅਸੀਂ ਸਭ ਇੱਕ ਹੈ। ਅਸੀਂ ਇਨਸਾਨੀਅਤ ਦੇ ਨਾਤੇ ਇੱਕ ਹੈ। ਤੁਸੀਂ ਯੂਨੀਵਰਸਿਟੀ ਨਾਲ ਕਰੋਗੇ, ਅਸੀਂ ਆ ਜਾਵਾਂਗੇ। ਤੁਸੀਂ ਕਿਸਾਨੀ ਨਾਲ ਕਰੋਗੇ, ਅਸੀਂ ਆ ਜਾਵਾਂਗੇ। ਅਸੀਂ ਆ ਗਏ ਹਾਂ। ਇਸੇ ਲਈ ਆ ਹਰਫ ਨੇ ਸਹੀ ਕਿਹਾ ਕਿ ਸੜਕ ਬਣਾਈ ਤਾਂ ਚੱਲਣ ਲਈ ਸੀ। ਮੈਨੂੰ ਲੱਗਦਾ ਹਿੰਦੁਸਤਾਨ ਜਿਹਦਾ ਨਵਾਂ ਨਾਂ ਪੈ ਜਾਣਾ ਅੱਗੇ ਤੋਂ, ਜਦੋਂ ਸੜਕ ਬਣਾਇਆ ਕਰਨਗੇ ਨਾ, ਨਾਲ ਧਰਨੇ ਵਾਲੀ ਜਗ੍ਹਾ ਵੀ ਰੱਖ ਲਿਆ ਕਰਨਗੇ, ਪਤਾ ਨਹੀਂ ਕਿੱਥੇ ਲਾਉਣਾ ਪੈ ਜੇ। ਸੋ ਸੜਕਾਂ ਵਾਕਿਆ ਹੀ ਉਹ 9ਵੀਂ ਪਾਤਸ਼ਾਹੀ ਨੂੰ ਧਿਆ ਕੇ ਇਹਨਾਂ ਨੇ ਕਿਹਾ ਸੀਗਾ ਸਾਡੇ ਲਈ ਕਿਲੇ ਬਣ ਗਈਆਂ ਪਾਤਸ਼ਾਹ। ਇਹ ਸੱਚ ਗੱਲ ਹੈ। ਅੱਜ ਇਹ ਕਿਲੇ ਹੀ ਬਣ ਗਈਆਂ, ਸਾਡੇ ਘਰ ਵੀ ਬਣ ਗਈਆਂ ਔਰ ਸਾਡੇ ਚੰਗੇ ਫਿਊਚਰ ਦੀ ਸ਼ੁਰੂਆਤ ਵੀ ਬਣ ਗਈਆਂ। ਇਹ ਅੰਦੋਲਨ ਨੇ ਇਹਨਾਂ ਨੂੰ ਮੱਥਾ ਟੇਕਿਆ ਕਰਨਾ। ਲੋਕਾਂ ਨੇ ਸਿੰਘੂ ਔਰ ਟਿੱਕਰੀ 'ਚ ਜਾ ਕੇ ਲੋਕ ਕਿਹਾ ਕਰਨਗੇ ਕਿ ਯਾਰ ਇੱਥੋਂ ਇਸ ਦੇਸ਼ ਨੂੰ, ਇਹਨਾਂ ਸਟੇਟਾਂ ਨੂੰ ਬਦਲਣ ਦੀ ਕਹਾਣੀ ਸ਼ੁਰੂ ਹੋਈ ਸੀ ਔਰ ਉਹ ਬਦਲਿਆ ਜਾਊਗਾ। ਅੱਜ ਤੁਹਾਨੂੰ ਲੱਗਦੇ ਨਹੀਂ ਆ ਸਾਰੇ ਯੂਥ ਜਿਹੜੇ ਬੈਠੇ ਸੀ ਇਹ ਗੱਲਾਂ ਕਰਦੇ ਹੁੰਦੇ ਸੀ ਪਹਿਲਾਂ ਗੱਡੀਆਂ ਦੀਆਂ, ਹਥਿਆਰਾਂ ਦੀਆਂ, ਅੱਜ ਮੁੱਦਿਆਂ ਦੀ ਗੱਲ ਕਰ ਰਹੇ ਹੈ। ਅੱਜ ਇਹ ਗੱਲ ਹੋ ਰਹੀ ਪੰਜਾਬ ਦਾ ਡੈਫਿਸਿਟ ਕਿੰਨਾ ਹੈ। ਅੱਜ ਇਹ ਗੱਲ ਹੋ ਰਹੀ ਪੰਜਾਬ ਦੇ ਮੁੱਦੇ ਕੀ ਹੋਣੇ ਚਾਹੀਦੇ ਹੈ। ਸਾਡਾ ਪਾਣੀ ਗੰਦਾ ਹੋ ਰਿਹਾ ਹੈ, ਸਾਡਾ ਪਾਣੀ ਥੱਲੇ ਚਲਿਆ ਗਿਆ। ਜਸ ਕਹਿ ਰਿਹਾ ਸੀ ਨਾ, ਉਹਨੇ ਪਹਿਲਾਂ ਕਿਸੇ ਸਿੰਗਰ ਨੂੰ ਸੁਣਿਆ ਸੀ ਇਹ ਗੱਲਾਂ ਕਰਦਿਆਂ ਨੂੰ? ਸੁਣਿਆ ਸੀ ਨਾ ਪਹਿਲਾਂ ਕਿਤੇ? ਇਹ ਤਬਦੀਲੀ ਹੈ। ਇਹ ਤਬਦੀਲੀ ਕਿਵੇਂ ਆਈ? ਕਦੇ ਕਦੇ ਮੈਂ ਇਸੇ ਲਈ ਆਉਣਾ ਹੁੰਦਾ, ਧੱਕਾ ਵੀ ਤੁਹਾਡੇ ਕੰਮ ਆ ਜਾਂਦਾ ਹੈ। ਯੂਰਪ ਨੇ 2 ਵਰਲਡ ਵਾਰਾਂ ਲੜੀਆਂ,
ਫਿਰ ਤਰੱਕੀ ਤੇ ਨੰਬਰ 1। ਸੋ ਤੁਹਾਡਾ ਕਦੇ ਕਦੇ ਤੁਹਾਡਾ ਉਜਾੜਾ ਤੁਹਾਨੂੰ ਵਸਣ ਦਾ ਸ਼ੌਰ ਸਿਖਾ ਜਾਂਦਾ, ਤਰੀਕਾ ਸਿਖਾ ਜਾਂਦਾ ਹੈ। ਸੋ ਅਸੀਂ ਉਹ ਵਸਣਾ ਸਿੱਖ ਗਏ ਹਾਂ, ਹੁਣ ਅਸੀਂ ਇੱਕ ਹੋਣਾ ਸਿੱਖ ਗਏ ਹਾਂ, ਔਰ ਏਕੇ 'ਚ ਬਰਕਤ ਕੀ ਹੈ ਇਹ ਵੀ ਅਸੀਂ ਸਮਝ ਗਏ ਹਾਂ। ਔਰ ਮੈਂ ਇੱਕ ਗੱਲ ਕਹੂੰਗਾ, ਕਿਰਤਕਾਰ ਵੰਡ ਛਕ। ਕਿਰਤ ਦਾ ਮਤਲਬ ਕੱਲਾ ਹੁਣ ਕਿਸਾਨੀ ਨਾਲ ਨਾ ਜੋੜਿਓ ਜੀ, ਕਿਰਤ ਦਿਮਾਗੀ ਵੀ ਹੁੰਦੀ ਹੈ, ਨੌਲੇਜ ਵੀ ਹੁੰਦੀ ਹੈ, ਗਾਣੇ ਵੀ ਹੁੰਦੇ ਨੇ, ਇਹ ਸਾਰੀ ਕਿਰਤ ਹੈ, ਇਹਨੂੰ ਅਸੀਂ ਵੰਡਣਾ ਹੈ ਔਰ ਸਾਰਿਆਂ ਨੇ ਇਕੱਠੇ ਹੋ ਕੇ ਇਸ ਕਿਰਤ ਨਾਲ ਇਹਨਾਂ ਨੂੰ ਬਦਲਣਾ ਹੈ ਔਰ ਬਦਲਾਂਗੇ। ਕਿਸਾਨ ਵੀ ਅੰਦੋਲਨ ਦੇ ਵਿੱਚ ਤੁਹਾਨੂੰ ਅਕਸਰ ਦੇਖਿਆ ਜਾਂਦਾ ਜੋਸ਼ੀਲੇ ਭਾਸ਼ਣਾਂ ਕਰਕੇ, ਔਰ ਹੁਣ ਯੂਨੀਵਰਸਿਟੀ ਦੇ ਵਿੱਚ ਵੀ ਡਟੇ ਰਹੋਗੇ ਇਹਨਾਂ ਦੇ ਨਾਲ, स्टूडेंट्स ਦੇ ਨਾਲ? देखिए ये आंदोलन वो आंदोलन अलग ना समझो आप। हम जब सिंगू बॉर्डर पर बैठे हैं, ये छात्र वहाँ जाते हैं किसान का बेटा बन के। हमारे माता पिता चाचा ताऊ खेती करते हैं, किसान के पुत्र हैं हम यहाँ आए हैं इनके चाचा ताऊ बन के कि हमारे बच्चे हैं। ये दोनों आंदोलन एक ही तो है, दोनों की मांग एक है। दोनों की मांग एक है कि आप हमारे देश के अंदर जो प्रजातांत्रिक प्रणाली है उसके ऊपर चोट मत करिए। किसान का मुद्दा क्या है, वो उन्होंने कानून लेके आए, हमने कहा कि ये कानून हमारे लिए ठीक नहीं है, वो कहते हैं हम आपका भला करेंगे। हमने कहा हाथ जोड़ते हैं, हमें आपका भला नहीं चाहिए, वो ज़बरदस्ती थोप रहे। ये छात्र आंदोलन की मांग क्या है, ये कहते हैं हमारी यूनिवर्सिटी के अंदर जो चुनाव होता था, चुनाव करवाइए, यूनिवर्सिटी खोलिए। यूनिवर्सिटी खोलना कोई किसी छात्र का ये अधिकार नहीं कि वो कहे कि मेरी यूनिवर्सिटी खोलिए, मैं पढ़ना चाहता हूँ। मगर ये क्या कर रहे हैं, ये चाहते हैं यूनिवर्सिटियाँ ना खुले, देश के अंदर जागरूकता ना आए, क्योंकि ये लोगों को एक वैचारिक तौर पर गुलाम बनाना चाहते हैं इस देश के अंदर। इनका एक अलग तरह का ढांचा खड़ा करना चाहते हैं। शिक्षा का अधिकार है ना सबको मांगना, नहीं, यूनिवर्सिटियाँ बंद हैं, कोरोना है। बंगाल का चुनाव था, कोरोना कहाँ था? पश्चिमी बंगाल का चुनाव था, कोरोना कहाँ था? असम का चुनाव था, कोरोना कहाँ था? केरला का चुनाव था, कोरोना कहाँ था? लाखों आदमियों की रैली कर रहे थे, कोरोना कहाँ था? अरे यहाँ पर 1000-1500 आदमी, 2000 आदमी वोट डालता होगा, उसके लिए कोरोना आ गया आपका? कितने कितने बड़े बड़े इवेंट कर लिए प्रधानमंत्री ने, तब कोरोना कहाँ था? कोरोना बड़ा आज्ञाकारी पुत्र है प्रधानमंत्री का, जब चाहता वो आ जाता, जब चाहता भाग जाता है। ऐसे नहीं होता मेरे भाई, 2 पैरामीटर मत रखिए, एक पैरामीटर सबके लिए बराबर होना चाहिए। अगर कोरोना है, हमें पता है कोरोना है, तो सावधानी के लिए जनता को आप बोलिए अपना उसका मेडिकल की सुविधाएं बढ़ाइए। कोरोना के नाम के देश को गुलाम थोड़ा बनाएंगे। कोरोना के नाम पे किसानों पे कानून थोप दिए, कोरोना के नाम के यूनिवर्सिटियाँ बंद कर दी, कोरोना के नाम पे आपने लेबर का कानून थोप दिया, कोरोना के नाम पे आप पूरे देश को बेच रहे हैं। अभी बात चल रही थी भूमि अधिग्रहण 2013 के अंदर हरियाणा में एक बदलाव लेकर के आए। किसान को अधिकार था कि 70% किसान रजामंदी ना दे तो भूमि अधिग्रहण नहीं होगा, हमारा अधिकार ही छीन लिया। कहते नहीं, डीसी को पावर है, को ना सेक्शन 4 लगेगा ना सेक्शन 6 लगेगा। डीसी ने जो फाइनल कर दिया फाइनल, कोर्ट में भी नहीं जा सकते। ये वोट के नाम पर एक तानाशाही थोपना चाहते हैं, एक विचारधारा थोपना चाहते हैं इस देश के अंदर, और ये विचारधारा भी बड़ी जहरीली है, इस देश के लिए नुकसान पहुंचाएगी। एक समय इस देश को जीना ने बड़ा नुकसान पहुंचाया था। एक विचारधारा को आगे बढ़ाने के लिए मोदी को भी हमें आगाह कर देना चाहते हैं, जिन्ना बनने की कोशिश मत करें इस देश के अंदर। एक विचारधारा का देश नहीं है ये सबका देश है। सभी जाति, सभी धर्म, सभी विचार इसके अंदर पनपे थे, पनपे हैं, पनपते रहेंगे, क्योंकि हमारी हजारों साल की संस्कृति ये है। यहाँ बहुत सी, कितने भी चाहे बाहर के साथी भी आए, उनकी भी संस्कृतियाँ यहाँ मिल करके अपना वजूद कायम कर लेती हैं। हम मतलब बहुरंगी संस्कृति का देश है यू, और एक के विचारों का स्वीकार किया हमने, अच्छे हुए मान लिए, बुरे हुए त्याग दिए। इस तरह ये देश चलता था, इसी तरह ये देश चलेगा। एक तरह का ये मतलब आप तानाशाही लागू इस देश के ऊपर नहीं कर सकते। फिर एक चीज़ ये भी दिखाओ, बिल्कुल सारे इकट्ठे बैठे ने, पिछे ਜਿਹੜੇ ਝੰਡੇ ਆ ਨਾ, ਇਹ ਸਾਰੇ ਬੇਸ਼ੱਕ ਇਹਨਾਂ ਦੀ ਵਿਚਾਰਧਾਰਾ ਅੱਡ-ਅੱਡ ਹੋਊਗੀ, ਪਰ ਇਸ ਮੁੱਦੇ ਨੂੰ ਲੈ ਕੇ ਇਹ ਸਾਰੇ ਇੱਕ ਨੇ, ਭਾਵੇਂ ਪੀਐਸਯੂ ਲਲਕਾਰ ਹੋਵੇ ਜਾਂ ਸਾਰੇ ਜਿੰਨੀਆਂ ਵੀ ਜਥੇਬੰਦੀਆਂ ਨੇ, ਪੂਸੂ ਤੋਂ ਲੈ ਕੇ ਸੋਈ ਹੋ ਗਿਆ, ਐਨਐਸਯੂ, ਸਾਰੇ ਇਕੱਠੇ ਹੋ ਕੇ ਬੈਠੇ ਨੇ, ਔਰ ਐਸਐਫਐਸ ਵਾਲੇ ਵੀ ਸਾਡੇ ਨਾਲ ਬੈਠੇ ਨੇ। ਬਈ तमाम चीज़ों को लैके देखा जाए, और ये कहा जाता है कि एजुकेशन जी है, एजुकेशन इज़ ए मिरर, एजुकेशन कहा जाता है कि आईना होंदी है, और
ਐਜੂਕੇਸ਼ਨ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਹੀ ਜਾ ਸਕਦੀ ਹੈ ਇਸ ਨੂੰ ਜੋ ਹੋ ਰਿਹਾ ਯੂਨੀਵਰਸਿਟੀ ਦੇ ਵਿੱਚ? ਮਤਲਬ ਅਸਲ ਦੇ ਵਿੱਚ ਆਪਾਂ ਪ੍ਰੋਬਲਮ ਜਦੋਂ ਲੋਕੇਟ ਕਰਦੇ ਹਾਂ, ਆਪਾਂ ਲੋਕੇਟ ਕਰਦੇ ਹਾਂ ਬੀਜੇਪੀ ਦੇ ਵਿੱਚ, ਕਾਂਗਰਸ ਦੇ ਵਿੱਚ। ਅਸਲ ਦੇ ਵਿੱਚ 1947 ਤੋਂ ਬਾਅਦ ਜਿਹੜਾ ਰਾਜ ਆਇਆ, ਉਹ ਅਸਲ ਦੇ ਵਿੱਚ ਰਾਜ ਕੋਈ ਲੋਕਾਂ ਦਾ ਰਾਜ ਹੈ ਹੀ ਨਹੀਂ ਸੀਗਾ। ਉਹ ਤੋਂ ਜਿਹੜਾ ਨਿਜ਼ਾਮ 1947 ਦੇ ਵਿੱਚ ਬੈਠਿਆ, ਉਹਦੇ ਹਿੱਤਾਂ ਦੀ ਪੂਰਤੀ ਦੇ ਲਈ ਉਸੇ ਤਰ੍ਹਾਂ ਦਾ ਐਜੂਕੇਸ਼ਨ ਦਾ ਢਾਂਚਾ ਸਿਰਜਿਆ ਗਿਆ। ਐਜੂਕੇਸ਼ਨ ਇੱਕ ਖਾਸ ਕਲਾਸ ਕਾਸਟ ਨੂੰ ਰਿਪਰੈਜ਼ੈਂਟ ਕਰਦੀ ਹੈ, ਤਾਂ ਉਹ ਜਿਹੜਾ ਖਾਸਾ ਸੀਗਾ ਉਹ ਪਹਿਲਾਂ ਤੋਂ ਹੀ ਬ੍ਰਾਹਮਣਵਾਦੀ ਖਾਸਾ ਰਿਹਾ। ਤਾਂ ਉਹਦੇ ਵਿੱਚ ਜਿਹੜੇ ਦਲਿਤ ਸੀਗੇ, ST ਸੀਗੇ, OBC ਸੀਗੇ, ਮਾਈਨੋਰਿਟੀ ਸੀਗੀਆਂ, ਉਹਨਾਂ ਨੂੰ ਹਮੇਸ਼ਾ ਤੋਂ ਹੀ ਪਿੱਛੇ ਧੱਕਿਆ ਗਿਆ, ਉਹਨਾਂ ਨੂੰ ਮਾਰਜਨਲਾਈਜ਼ ਕੀਤਾ ਗਿਆ। ਮਤਲਬ ਇੰਡੀਆ ਦੇ ਵਿੱਚ ਮੁਸਲਮਾਨ ਹੋਣਾ ਇੱਕ ਕ੍ਰਾਈਮ ਮੰਨਿਆ ਜਾ ਰਿਹਾ। ਮਤਲਬ ਇਸ ਤਰ੍ਹਾਂ ਦਾ ਮਤਲਬ ਤਸ਼ੱਦਦ ਕੀਤਾ ਗਿਆ। ਫਿਰ 1984 ਦੇ ਵਿੱਚ ਸਿੱਖਾਂ 'ਤੇ ਕੀਤਾ ਗਿਆ। ਮਤਲਬ ਉਸੇ ਤਰ੍ਹਾਂ ਦੇ ਤੁਹਾਡੇ ਟੈਕਸਟ ਆਏ। ਫਿਰ 1976 ਦੇ ਵਿੱਚ ਜਿਹੜੀ ਐਜੂਕੇਸ਼ਨ ਪਾਲਿਸੀ ਆਉਂਦੀ ਹੈ, ਉਹਨੇ ਸਭ ਤੋਂ ਬੜਾ ਖਤਰਨਾਕ ਚੇਂਜ ਲੈ ਕੇ ਆਂਦਾ ਕਿ ਜਿਹੜਾ ਐਜੂਕੇਸ਼ਨ ਸੀਗਾ ਉਹ ਸਟੇਟਾਂ ਦਾ ਅਧਿਕਾਰ ਸੀਗਾ, ਕਿ ਸਟੇਟ ਡਿਸਾਈਡ ਕਰਨ ਕਿ ਉਹਨਾਂ ਦੀ ਜੀਓਗ੍ਰਾਫੀ ਦੇ ਨਾਲ, ਉਹਨਾਂ ਦੀ ਹਿਸਟਰੀ ਦੇ ਮੁਤਾਬਕ, ਉਹਨਾਂ ਦੇ ਕਲਚਰ ਦੇ ਮੁਤਾਬਕ ਕਿਸ ਤਰ੍ਹਾਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਆ। ਉਹ ਸਟੇਟ ਸਬਜੈਕਟ ਸੀਗਾ। ਉਹਨੂੰ 1976 ਦੇ ਵਿੱਚ ਕੌਨਕਰੈਂਟ ਲਿਸਟ ਦੇ ਵਿੱਚ ਲੈ ਕੇ ਆਂਦਾ। ਉਸ ਤੋਂ ਬਾਅਦ 1991 ਦੇ ਵਿੱਚ ਨਵ ਉਦਾਰਵਾਦੀ ਨੀਤੀਆਂ ਆਉਂਦੀਆਂ ਨੇ, ਜਿਹਨੂੰ ਡਾਕਟਰ ਮਨਮੋਹਨ ਸਿੰਘ, ਜਿਹਨੂੰ ਬਹੁਤ ਕਿਹਾ ਜਾਂਦਾ ਕਿ ਓਨੈਸਟ ਪ੍ਰਧਾਨ ਮੰਤਰੀ ਰਿਹਾ। ਮਤਲਬ ਉਹਦੇ ਤਹਿਤ ਐਜੂਕੇਸ਼ਨ ਦਾ ਪ੍ਰਾਈਵੇਟਾਈਜੇਸ਼ਨ ਦਾ ਮੁੱਢ ਬੰਨਿਆ ਗਿਆ। ਮਤਲਬ ਐਜੂਕੇਸ਼ਨ ਲਗਾਤਾਰ ਪ੍ਰਾਈਵੇਟ ਕੀਤੀ ਗਈ, ਉਹਨੂੰ ਕਮੋਡਿਟੀ ਬਣਾਇਆ ਗਿਆ। ਉਹਦੇ ਵਿੱਚ ਹੌਲੀ ਹੌਲੀ ਫਿਰ ਜਿਹੜਾ BJP RSS ਆ, ਉਹਨੇ ਆਪਣਾ ਕਬਜ਼ਾ ਕਰ ਲਿਆ। ਹੁਣ ਯੂਨੀਵਰਸਿਟੀਆਂ ਦੇ ਵਿੱਚ ਹੋ ਕੀ ਰਿਹਾ ਕਿ VCA ਜਿਹੜੇ ਹੈਗੇ ਨੇ ਉਹ ਸੰਘ ਦੇ ਅਪੁਆਇੰਟ ਹੋ ਰਹੇ ਨੇ, DSW ਜਿਹੜੇ ਉਹ ਸੰਘ ਦੇ ਅਪੁਆਇੰਟ ਹੋ ਰਹੇ ਨੇ। ਮਤਲਬ NCERT ਦੇ ਵਿੱਚ ਜਿਹੜੇ ਕਾਸਟ ਸਟਰਗਲ ਦੇ ਗਲੋਰੀਅਸ ਚੈਪਟਰ ਨੇ ਉਹ ਖਤਮ ਕੀਤੇ ਜਾ ਰਹੇ ਨੇ। ਸੈਕੂਲਰਿਜ਼ਮ ਦੇ ਜਿਹੜੇ ਚੈਪਟਰ ਨੇ ਉਹ ਖਤਮ ਕੀਤੇ ਜਾ ਰਹੇ ਨੇ। ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਵੀ ਸਟੇਟ ਦੀ ਜਿਹੜੀ ਮੋਨੋਪੋਲੀ ਸੀਗੀ ਐਜੂਕੇਸ਼ਨ ਦੇ ਉੱਪਰ, ਉਹ ਖਤਮ ਕਰਕੇ ਉਹਨੂੰ ਸੈਂਟਰਲਾਈਜ਼ਡ ਕੀਤਾ ਜਾ ਰਿਹਾ ਤੇ ਉਹਦਾ ਭਗਵਾਕਰਨ ਕੀਤਾ ਜਾ ਰਿਹਾ ਬੜੇ ਵੱਡੇ ਪੱਧਰ ਤੇ, ਕਿ ਜਿਹੜੀ ਐਜੂਕੇਸ਼ਨ ਆ ਉਹ ਸਾਡੀ ਯੂਨੀਵਰਸਿਟੀਆਂ ਨੂੰ ਮਤਲਬ RSS ਦੀ ਲੈਬੋਰਟਰੀ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ। ਮਤਲਬ ਅਸੀਂ ਇੱਥੇ ਪਿਛਲੇ ਜਦੋਂ ਤੋਂ ਲਾਕਡਾਊਨ ਹੋਇਆ, ਲਾਕਡਾਊਨ ਦੀ ਆੜ ਦੇ ਵਿੱਚ ਯੂਨੀਵਰਸਿਟੀ ਬੰਦ ਰੱਖੀ। ਮਤਲਬ ਰਿਸਰਚ ਸਕਾਲਰਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਘਰ ਤੋਂ ਭੱਜੋ। ਅਸੀਂ ਕਿਹਾ ਜੇ ਯੂਨੀਵਰਸਿਟੀ ਰਿਸਰਚ ਸਕਾਲਰਾਂ ਦੀ ਵੀ ਹੈਗੀ ਹੈ ਤਾਂ ਅਗਰ ਜਿਹੜੇ ਟੀਚਰ ਬੈਠੇ ਨੇ ਜਾਂ ਜਿਹੜੇ ਇੱਥੇ ਵਾਈਸ ਚਾਂਸਲਰ ਬੈਠਾ ਉਹ ਵੀ ਘਰ ਨੂੰ ਜਾਵੇ। ਮਤਲਬ ਸਭ ਦੀ ਯੂਨੀਵਰਸਿਟੀ ਸਾਂਝੀ ਆ। ਤਾਂ ਲਗਾਤਾਰ ਸਾਡੇ ਰਿਸਰਚ ਸਕਾਲਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਜਿਹੜਾ ਲਾਕਡਾਊਨ ਦਾ ਪੀਰੀਅਡ ਆ, ਮਤਲਬ ਲਾਕਡਾਊਨ 'ਚ ਪੜ੍ਹਾਈ ਨਹੀਂ ਹੋਈ, ਤੁਸੀਂ ਫੀਸਾਂ ਚਾਰਜ ਕਰ ਰਹੇ ਹੋ ਉਹਦੀਆਂ, ਸਾਨੂੰ ਹੋਸਟਲ ਨਹੀਂ ਪ੍ਰੋਵਾਈਡ ਕਰ ਰਹੇ, ਰਿਸਰਚ ਸਕਾਲਰਾਂ ਦੇ ਉੱਪਰ ਅਟੈਕ ਕਰ ਰਹੇ ਨੇ। ਹੁਣ ਸੈਨੇਟ ਦੇ ਜਿਹੜੇ ਇਲੈਕਸ਼ਨ ਨੇ ਹਰ ਸਾਲ ਹੁੰਦੇ ਨੇ, ਸੈਨੇਟ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਹੋਣੀਆਂ ਚਾਹੀਦੀਆਂ ਨੇ। ਉਹ ਚੇਂਜਸ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ? ਉਹਦੇ ਵਿੱਚ ਮਤਲਬ ਔਰਤਾਂ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ, ਔਰਤਾਂ ਦੇ ਲਈ ਰਿਜ਼ਰਵੇਸ਼ਨ ਹੋਣੀ ਚਾਹੀਦੀ ਆ। ਸੈਨੇਟ ਦੇ ਵਿੱਚ ਦਲਿਤ ਸਮਾਜ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ। SC ਵਰਗ ਦੇ ਲਈ, ST ਵਰਗ ਦੇ ਲਈ, OBC ਦੇ ਲਈ, ਮਾਈਨੋਰਿਟੀ ਦੇ ਲਈ ਰਿਜ਼ਰਵੇਸ਼ਨ ਹੋਣੀ ਚਾਹੀਦੀ ਆ। ਤਾਂ ਹੀ ਇੱਕ ਜਿਹੜਾ ਮਾਰਜਨਲਾਈਜ਼ ਸੈਕਸ਼ਨ ਆ ਉਹਦੀ ਸੈਨੇਟ ਦੇ ਵਿੱਚ ਰਿਪਰੈਜ਼ੈਂਟੇਸ਼ਨ ਹੋ ਪਾਊਗੀ। ਬਟ ਇਹ ਸਵਾਲ ਨਾ ਤਾਂ ਮੌਜੂਦਾ ਸੈਨੇਟਰਾਂ ਦੇ ਕੋਲ ਨੇ, ਜਿਹੜੇ ਲੜ ਰਹੇ ਨੇ ਉਹਨਾਂ ਦੇ ਏਜੰਡੇ ਦੇ ਵਿੱਚ ਵੀ ਕੁਝ ਨਹੀਂ ਹੈਗਾ। ਅਗਰ ਤੁਸੀਂ ਕੋਈ ਵੀ ਸੈਨੇਟਰ ਚੋਣ ਲੜ ਰਿਹਾ, ਉਹਨੂੰ ਪੁੱਛੋ ਉਹਦਾ ਏਜੰਡਾ ਕੀ ਆ, ਉਹਦੇ ਕੋਲ ਕੋਈ ਪ੍ਰੋਗਰਾਮ ਨਹੀਂ ਹੈਗਾ। ਮਤਲਬ ਅਸੀਂ ਕਹਿੰਦੇ ਕਿ ਰਿਫਾਰਮ ਹੋਣੇ ਚਾਹੀਦੇ ਨੇ। ਜਿਹੜੇ ਸਟੂਡੈਂਟ ਦੀ ਇਲੈਕਟਿਡ ਬਾਡੀ, ਰਿਪਰੈਜ਼ੈਂਟੇਟਿਵ ਬਾਡੀ ਆ, ਉਹਨੂੰ ਉਹਦਾ ਡਿਫੈਕਟੋ ਮੈਂਬਰ ਬਣਾਇਆ ਜਾਵੇ। ਜਿਹੜੇ SC ਨੇ, ST ਨੇ, ਮਾਈਨੋਰਿਟੀ ਆ, ਉਹਨਾਂ ਨੂੰ ਉਹਦਾ ਡਿਫੈਕਟੋ ਮੈਂਬਰ ਬਣਾਇਆ ਜਾਵੇ, ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ। ਮਤਲਬ ਐਜੂਕੇਸ਼ਨ ਦੇ ਵਿੱਚ ਬ੍ਰਾਹਮਣੀਕਲ ਜਿਹੜਾ ਹੈਜਮੋਨੀ ਆ ਉਹ ਸਥਾਪਿਤ ਕੀਤੀ ਜਾ ਰਹੀ ਹੈ। ਯੂਨੀਵਰਸਿਟੀਆਂ 'ਤੇ ਵੱਡੇ ਹਮਲੇ ਕੀਤੇ ਜਾ ਰਹੇ ਨੇ। ਇੱਥੇ ਜਿਹੜੀਆਂ ਪਬਲਿਕ ਯੂਨੀਵਰਸਿਟੀਆਂ ਨੇ, ਇਹਨੂੰ ਖਤਮ ਕਰਨ ਦੇ ਲਈ ਇਹਨਾਂ ਦੇ ਫੰਡ 'ਚ ਕਟੌਤੀ ਕੀਤੀ ਜਾ ਰਹੀ ਆ। ਫੰਡ 'ਚ ਕਟੌਤੀ ਕਰਨ ਦੇ ਨਾਲ ਕੀ ਹੈ ਕਿ ਯੂਨੀਵਰਸਿਟੀ ਬੰਦ ਕਰਨਾ ਕੰਮ ਕਰ ਦਿੰਦੀ ਆ। ਉਹਦੇ ਵਿੱਚ ਗੈਸਟ ਫੈਕਲਟੀ ਆ ਜਾਂਦੀਆਂ ਨੇ, ਉਹਦੇ ਵਿੱਚ ਕੰਟਰੈਕਟ ਟੀਚਰ ਆ ਜਾਂਦੇ ਨੇ। ਜਿਹੜਾ ਟੀਚਰ ਖੁਦ ਸਿਕਿਉਰ ਨਹੀਂ, ਉਹ ਦੂਜੇ ਨੂੰ ਬੱਚੇ ਨੂੰ ਕੀ ਸਿਕਿਉਰ ਹੋ ਕੇ ਪੜ੍ਹਾਏਗਾ? ਤਾਂ ਯੂਨੀਵਰਸਿਟੀਆਂ ਦੇ ਆਲੇ ਦੁਆਲੇ ਇੱਕ ਟੱਕ ਸ਼ਾਪਸ ਨੇ, ਚਾਹੇ ਉਹ ਰਾਇਤਬਾਰਾ ਹੋ ਗਈ, ਇਸ ਤਰ੍ਹਾਂ ਦੀ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਉਹਨਾਂ ਨੂੰ ਉੱਥੇ ਜਾ ਕੇ ਮੁੱਖ ਮੰਤਰੀ ਉਦਘਾਟਨ ਕਰੂਗਾ, ਪ੍ਰੈਜ਼ੀਡੈਂਟ ਜਾ ਕੇ ਉਦਘਾਟਨ ਕਰੂਗਾ, ਓਬਵੀਅਸਲੀ ਉਹਦੀ ਪ੍ਰਮੋਸ਼ਨ ਕਰਨਗੇ। ਮਤਲਬ ਪੰਜਾਬ ਯੂਨੀਵਰਸਿਟੀ ਜਾਂ ਇਹਦੇ ਵਰਗੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ, ਪਬਲਿਕ ਯੂਨੀਵਰਸਿਟੀਆਂ ਦੇ ਲਈ ਮਤਲਬ ਸਾਡੇ ਜਿਹੜੇ ਪੰਜਾਬ ਦੇ ਵਿੱਚ ਨੇ, ਹਰਿਆਣੇ ਦੇ ਵਿੱਚ, ਇਹ ਆਮ ਲੋਕਾਂ ਦੇ ਵਿੱਚ ਆਵਾਜ਼ ਉੱਠੇ ਕਿ ਜਿਹੜੀ ਯੂਨੀਵਰਸਿਟੀਆਂ ਨੇ, ਕਾਲਜਸ ਨੇ, ਤਾਂ ਉਹਨਾਂ ਦੇ ਵਿੱਚ ਇੱਕ ਆਵਾਜ਼ ਬਣੇ ਕਿ ਕਾਲਜ ਖੁੱਲ੍ਹਣ, ਯੂਨੀਵਰਸਿਟੀਆਂ ਦੇ ਵਿੱਚ ਫੰਡ ਆਉਣ, ਪ੍ਰੋਪਰ ਫੰਡ ਆਉਣ, ਸੀਟਾਂ ਦੇ ਵਿੱਚ ਵਾਧਾ ਆਵੇ। ਹਰ ਕੋਈ ਪੰਜਾਬ ਯੂਨੀਵਰਸਿਟੀ 'ਚ ਪੜ੍ਹਨਾ ਚਾਹੁੰਦਾ, ਬਟ ਹਰ ਖਿੱਤੇ ਦੇ ਵਿੱਚ, ਹਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਵਰਗੀ ਯੂਨੀਵਰਸਿਟੀ ਕਿਉਂ ਨਹੀਂ ਹੈਗੀ? ਪੰਜਾਬ ਦੇ ਵਿੱਚ 47 ਕਾਲਜਸ ਨੇ, ਹਰਿਆਣੇ ਦੇ ਵਿੱਚ 170 ਕਾਲਜਸ ਨੇ। ਉਹ ਕੀ ਹੋ ਰਿਹਾ? ਪੰਜਾਬ ਦੇ ਵਿੱਚ ਅਕਾਲੀ ਵੀ ਰਹੇ ਨੇ, ਕਾਂਗਰਸੀ ਵੀ ਰਹੇ ਨੇ, ਬਟ ਐਜੂਕੇਸ਼ਨ ਦਾ ਪਿਛਲੇ 26 ਸਾਲ ਦੇ ਵਿੱਚ ਇੱਕ ਵੀ ਸਰਕਾਰੀ ਟੀਚਰ ਨਹੀਂ ਭਰਤੀ ਕੀਤਾ ਗਿਆ। ਮਤਲਬ ਸਾਨੂੰ ਪੰਜਾਬੀਆਂ ਨੂੰ ਸੋਚਣ ਦੀ ਲੋੜ ਆ। ਇਨਫੈਕਟ ਹਰਿਆਣੇ ਦੇ ਵਿੱਚ ਵੀ ਜੇ 170 ਕਾਲਜ ਨੇ, ਉਹਨਾਂ ਦੀ ਵੀ ਕੋਈ ਵਧੀਆ ਹਾਲਤ ਨਹੀਂ।
ਉਹ ਕੰਪੈਰੀਜ਼ਨ ਦੇ ਪੱਧਰ ਤੇ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਪੰਜਾਬ ਦੀ ਜਿਹੜੀ ਆਬਾਦੀ ਆ ਉਹ 3 ਕਰੋੜ ਦੇ ਲਗਭਗ ਇਲੈਕਸ਼ਨ ਆ ਰਹੇ ਨੇ, ਖੈਰ ਇਸ ਦੇ ਨਾਲ ਹੀ ਜੁੜਿਆ ਇੱਕ ਕੰਸਰਨ ਹੈ ਕਿ ਇਲੈਕਸ਼ਨ ਆ ਰਹੇ ਨੇ, ਬਾਕੀ ਸਾਰੇ ਬਿਜਲੀ ਨੂੰ ਲੈ ਕੇ, ਰੁਜ਼ਗਾਰ ਨੂੰ ਲੈ ਕੇ, ਕੋਈ ਪ੍ਰਾਈਵੇਟ ਨੌਕਰੀਆਂ ਦੀ ਗੱਲ ਹੁੰਦੀ, ਸਭ ਕੁਝ ਗੱਲਾਂ, ਪਰ ਇਹਨਾਂ ਮੁੱਦਿਆਂ ਤੇ ਗੱਲ ਕਿਉਂ ਨਹੀਂ ਹੁੰਦੀ ਫਿਰ? ਕਿ ਗਰਾਊਂਡ ਤੇ ਤੁਹਾਨੂੰ ਲੱਗਦਾ ਨਹੀਂ ਕਿ ਵੋਟਰ ਨੂੰ ਵੀ ਜਾਗਰੂਕ ਹੋਣਾ ਪਊਗਾ, ਗਰਾਊਂਡ ਲੈਵਲ ਤੇ ਵੀ ਉਹ ਵੀ ਇਸ ਤਰ੍ਹਾਂ ਦੇ ਸਵਾਲ ਪੁੱਛੇ ਵੀ ਤੁਸੀਂ ਸਿੱਖਿਆ ਨੂੰ ਲੈ ਕੇ ਜਾਂ ਸਿਕਿਉਰਿਟੀ ਨੂੰ ਲੈ ਕੇ ਕੀ ਕਰੋਗੇ? ਮਤਲਬ ਅਸਲ ਦੇ ਵਿੱਚ ਜਿਹੜੀਆਂ ਪੋਲੀਟੀਕਲ ਵੋਟ ਬਟੋਰੂ ਪਾਰਟੀਆਂ ਨੇ, ਕੋਈ ਵੀ ਪਾਰਟੀ ਹੈ XYZ ਜਿਹਦਾ ਵੀ ਨਾਂ ਲੈ ਲਓ, ਕੋਈ ਵੀ ਸੱਤਾ ਦੇ ਵਿੱਚ ਆਉਂਦਾ, ਉਹਨਾਂ ਦੇ ਏਜੰਡੇ ਤੇ ਐਜੂਕੇਸ਼ਨ ਆ ਨਾ ਐਮਪਲੋਇਮੈਂਟ ਆ। ਉਹਨਾਂ ਦੇ ਏਜੰਡੇ ਦੇ ਵਿੱਚ ਇਹ ਹੈ ਕਿ ਜਿਹੜੇ ਸਾਡੇ ਲੋਕ ਨੇ, ਮਿਹਨਤਕਸ਼ ਲੋਕ ਨੇ, ਕਿਸਾਨ ਨੇ, ਮਜ਼ਦੂਰ ਨੇ, ਉਹਨਾਂ ਨੂੰ ਵੰਡ ਕਿੱਦਾਂ ਸਕਦੇ ਆ। ਉਹ ਧਰਮ ਦੇ ਨਾਂ ਤੇ ਵੰਡਦੇ ਨੇ, ਉਹ ਜਾਤ ਦੇ ਨਾਮ ਤੇ ਵੰਡਦੇ ਨੇ, ਉਹ ਹੀਲਾ ਵਰਤਦੇ ਨੇ ਜਿਹਦੇ ਨਾਲ ਸਾਡਾ ਜਿਹੜਾ ਮਿਹਨਤਕਸ਼ ਤਬਕਾ ਉਹ ਵੰਡਿਆ ਜਾਂਦਾ। ਹੁਣ ਖੇਤ ਮਜ਼ਦੂਰਾਂ ਦੇ ਜਿਹੜੇ ਧਰਨੇ ਨੇ ਪਟਿਆਲੇ ਦੇ ਵਿੱਚ, ਮਤਲਬ ਇਤਿਹਾਸਿਕ ਰੈਲੀ ਹੋ ਕੇ ਹਟੀ ਹੈ ਪਿਛਲੇ ਮਹੀਨੇ, ਮਤਲਬ ਐਡੀ ਵੱਡੀ ਰੈਲੀ ਖੇਤ ਮਜ਼ਦੂਰਾਂ ਦੀ ਹੋ ਕੇ ਹਟੀ ਆ। ਕਿਸਾਨ ਸਾਡੇ ਦਿੱਲੀ ਦੇ ਵਿੱਚ ਬੈਠੇ ਨੇ, ਵਿਦਿਆਰਥੀ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ। ਮਤਲਬ ਇੱਥੇ ਬਹੁਤ ਸਾਰੇ ਲੋਕ, ਹਰ ਪਾਰਟੀ ਦੇ ਲੋਕ ਆ ਕੇ ਜਾਂਦੇ ਨੇ, ਬਟ ਉਹ ਆ ਕੇ ਜਾਂਦੇ ਨੇ, ਉਹ ਚੰਗੀ ਗੱਲ ਹੈ ਕਿ ਸਾਡੇ ਧਰਨਿਆਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੁੰਦੀ ਆ, ਬਟ ਉਹਨਾਂ ਨੂੰ ਵੀ ਰੈਟਰੋਸਪੈਕਟਿਵਲੀ ਸੋਚਣਾ ਚਾਹੀਦਾ, ਰੈਟਰੋਸਪੈਕਸ਼ਨ ਕਰਨੀ ਚਾਹੀਦੀ ਆ ਕਿ ਉਹ ਪੰਜਾਬ ਦੇ ਵਿੱਚ ਕੀ ਕਰ ਰਹੇ ਨੇ। ਪੰਜਾਬ ਦੇ ਵਿੱਚ ਸਾਰੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਨੇ ਐਜੂਕੇਸ਼ਨ ਦਾ ਕੀ ਹਾਲ ਕੀਤਾ। ਮਤਲਬ ਕਈ ਕਾਲਜਾਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ, ਸਾਰੇ ਜਿਹੜੇ ਇੱਥੇ ਬੈਠੇ ਸਾਡੇ ਜਿਹੜੇ ਸਰੋਤੇ ਵੀ ਸੁਣ ਰਹੇ ਨੇ, ਕਿ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਇਸ ਤਰ੍ਹਾਂ ਦੇ ਕਾਲਜਸ ਹੈਗੇ ਨੇ ਜਿੱਥੇ ਪ੍ਰਿੰਸੀਪਲ ਨਹੀਂ ਹੈਗੇ, ਉੱਥੇ ਗੈਸਟ ਫੈਕਲਟੀ ਜਿਹੜਾ ਪ੍ਰਾਈਵੇਟ ਇਨਸਿਕਿਉਰ ਟੀਚਰ ਆ ਉਹ ਪ੍ਰਿੰਸੀਪਲ ਲੱਗੇ ਹੋਏ ਨੇ। ਮੈਂ ਇੰਨਾ ਬੁਰਾ ਹਾਲ ਆ। ਹੁਣ ਸਾਡੇ ਜਿਹੜੇ ਲੋਕ ਨੇ, ਪੰਜਾਬੀ ਲੋਕ ਨੇ, ਉਹਨਾਂ ਨੂੰ ਵੀ ਜਾਗਣ ਦੀ ਲੋੜ ਆ ਕਿ ਜਦੋਂ ਐਜੂਕੇਸ਼ਨ ਦਾ ਜਿਹੜਾ ਮੁੱਦਾ, ਐਮਪਲੋਇਮੈਂਟ ਦਾ ਮੁੱਦਾ, ਉਹਨੂੰ ਅਸੀਂ ਲੋਕ ਚੇਤਨਾ ਦੇ ਵਿੱਚ ਪੈਦਾ ਕੀਤਾ ਜਾਵੇ, ਤਾਂ ਹੀ ਸਾਡੇ ਜਿਹੜੀ ਲੋਕਾਈ ਆ ਪੰਜਾਬੀਅਤ ਦਾ ਭਲਾ ਹੋ ਸਕਦਾ। ਹੁਣ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦਾ ਮੁੱਦਾ ਇਸ ਕਰਕੇ ਵੀ ਜ਼ਰੂਰੀ ਆ ਕਿ ਇਹ ਚੰਡੀਗੜ੍ਹ ਦੀ ਧਰਤੀ ਤੇ ਆ, ਚੰਡੀਗੜ੍ਹ ਦੇ 28 ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ, ਤਾਂ ਉਹਦੇ ਵਿੱਚ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਿੱਸੇ ਆਉਂਦੀ ਆ, ਤਾਂ ਪੰਜਾਬ ਦੇ ਹਿੱਸੇ ਆਉਂਦੀ ਹੈ ਤਾਂ ਪੰਜਾਬ ਦਾ ਸਟੇਕ ਵੀ ਉਹਦੇ ਵਿੱਚ ਜੁੜਿਆ ਹੋਇਆ। ਅਗਰ ਸਾਰੇ ਪੰਜਾਬੀ ਨਹੀਂ ਜਾਗਦੇ, ਸਾਡੇ ਜਿਹੜੇ ਸਟੇਕ ਹੋਲਡਰ ਨੇ ਪੰਜਾਬ ਯੂਨੀਵਰਸਿਟੀ ਨੂੰ ਚਾਹੁਣ ਵਾਲੇ, ਅਗਰ ਉਹ ਨਹੀਂ ਜਾਗਦੇ, ਤਾਂ ਇੱਕ ਗੱਲ ਸਾਫ਼ ਆ, ਪੰਜਾਬ ਯੂਨੀਵਰਸਿਟੀ ਹੱਥੋਂ ਜਾਊਗੀ। ਤਾਂ ਇਹਦੇ ਸੈਂਟਰਲਾਈਜੇਸ਼ਨ ਦੇ ਖਿਲਾਫ ਆਪਣੇ ਜਿਹੜੇ ਪਾਰਟੀਬਾਜ਼ੀ ਦੇ ਜਿਹੜੇ ਝੰਡੇ ਨੇ, ਵੋਟ ਬਟੋਰੂ ਪਾਰਟੀਆਂ ਵਾਲੇ, ਉਹਨਾਂ ਨੂੰ ਕਹੋ ਕਿ ਉਹ ਪਾਰਟੀਆਂ ਦੇ ਨੁਮਾਇੰਦੇ ਬਣ ਕੇ ਨਾਲ ਪੰਜਾਬ ਹਤੈਸ਼ੀ ਬਣ ਕੇ ਪੰਜਾਬ ਯੂਨੀਵਰਸਿਟੀ 'ਚ ਆਉਣ। ਬਿਲਕੁਲ ਠੀਕ ਹੈ। ਅਮਨ ਵੀ ਸਾਡੇ ਨਾਲ ਮੌਜੂਦ ਹੈ। ਅਮਨ ਵੀ ਤੁਸੀਂ ਸੁਣਦੇ ਹੋ, ਅਮਨ ਨੂੰ ਵੀ ਪੂਰੇ ਐਕਟਿਵ ਰਹਿੰਦੇ ਨੇ। ਅਮਨ ਕੀ ਲੱਗਦਾ ਮਸਲੇ ਨੂੰ ਲੈ ਕੇ? ਚੇਤਨਾ ਤਾਂ ਬਹੁਤ ਵੱਡੇ ਪੱਧਰ ਤੇ ਆਈ ਹੈ ਕਿਸਾਨ ਅੰਦੋਲਨ ਤੋਂ ਬਾਅਦ, ਕਿਉਂਕਿ ਬਹੁਤ ਸਾਰੇ ਲੋਕ ਕਿਸਾਨ ਅੰਦੋਲਨ 'ਚ ਵੀ ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ ਉਹ ਵੀ ਨਜ਼ਰ ਆਉਂਦੇ ਇੱਥੇ। ਹੁਣ ਲੱਗਦਾ ਕੀ ਹੈ ਕਿ ਕੀ ਕਹਿ ਰਹੇ ਨੇ BC ਸਾਹਿਬ, ਔਰ ਲੱਗਦਾ ਕੋਈ ਪ੍ਰੈਸ਼ਰ ਕ੍ਰੀਏਟ ਹੋਇਆ ਨਜ਼ਰ ਆਉਂਦਾ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਵੀ ਮੇਰਾ ਗਲਾ ਬੈਠ ਗਿਆ, ਇਹ ਢੀਠ ਨੇ। ਪਹਿਲਾਂ ਤਾਂ ਇਹਨਾਂ ਨੇ ਜੋ ਦਿੱਲੀ ਅਪਣਾਇਆ ਹੋਇਆ ਵੀ ਧਰਨੇ ਲਾਈ ਜਾਓ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਉਹੀ ਇੱਥੇ ਹੈ, ਕਿਉਂਕਿ ਇਹਨਾਂ ਨੂੰ ਪਤਾ ਜਵਾਬ ਕੋਈ ਹੈ ਨਹੀਂ। ਪਰ ਇਹ ਗੱਲ ਮੰਨਣੀ ਪਊ ਵੀ ਪ੍ਰੈਸ਼ਰ